ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਕਾਊਂਟਿੰਗ ਕੋਰਸ ਦੇ ਇਸ ਬੇਸਿਕ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਕੁਝ ਸੈਸ਼ਨਸ ਤੋਂ ਅਸੀਂ ਜਰਨਲ ਤੋਂ ਲੈਜਰ ਵਿੱਚ ਪੋਸਟਿੰਗ ਜਿਹੜੀ ਹੈ ਉਹ ਕਰ ਰਹੇ ਹਾਂ। ਅਸੀਂ ਦੇਖਿਆ ਹੈ ਕਿ ਹਰ ਟ੍ਰਾਂਜੈਕਸ਼ਨ ਦੀਆਂ ਦੋ ਸਾਈਡਾਂ ਨੇ, ਇੱਕ ਡੈਬਿਟ ਸਾਈਡ ਹੈ, ਇੱਕ ਕ੍ਰੈਡਿਟ ਸਾਈਡ ਹੈ। ਅਸੀਂ ਦੋਨੋਂ ਸਾਈਡਸ ਨੂੰ ਜਿਹੜਾ ਹੈ ਉਹ ਵੱਖ-ਵੱਖ ਅਕਾਊਂਟ ਦੇ ਵਿੱਚ ਪੋਸਟ ਕਰਦੇ ਹਾਂ। ਅਸੀਂ ਲੈਜਰ ਬੁੱਕ ਦੇ ਵਿੱਚ ਬਹੁਤ ਸਾਰੇ ਅਕਾਊਂਟ ਜਿਹੜੇ ਹੈ ਉਹ ਖੋਲ੍ਹੇ ਹਨ। ਅਸੀਂ ਉਹਨਾਂ ਦੇ ਵਿੱਚ ਡੈਬਿਟ ਸਾਈਡ ਤੇ ਵੀ ਟ੍ਰਾਂਜੈਕਸ਼ਨ ਲਿਖੀਆਂ ਹਨ, ਕ੍ਰੈਡਿਟ ਸਾਈਡ ਤੇ ਵੀ ਟ੍ਰਾਂਜੈਕਸ਼ਨ ਲਿਖੀਆਂ ਹਨ। ਅੱਗੇ ਅਸੀਂ ਉਹਨਾਂ ਅਕਾਊਂਟ ਨੂੰ ਬੈਲੈਂਸ ਕਰਨਾ ਹੈ ਔਰ ਐਨਾਲਾਈਜ਼ ਵੀ ਕਰਨਾ ਹੈ। ਲੇਕਿਨ ਉਸ ਤੋਂ ਪਹਿਲਾਂ ਅਸੀਂ ਇਹਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਉਹ ਐਸਿਡਸ ਕੀ, ਉਹ ਲੈਜਰਸ ਕੀ ਹਨ। ਤਾਂ ਅਸੀਂ ਇਸ ਇੱਕ ਛੋਟੀ ਜਿਹੀ ਐਕਸਰਸਾਈਜ਼ ਦੇ ਵਿੱਚ ਜੋ ਮੈਂ ਪਿਛਲੇ ਸੈਸ਼ਨ ਤੁਹਾਨੂੰ ਦਿੱਤੀ ਹੈ, ਇਹ ਚੈੱਕ ਕਰਾਂਗੇ ਕਿ ਕੀ ਆਪਾਂ ਨੂੰ ਇਹਨਾਂ ਅਕਾਊਂਟ ਦੇ ਨਾਮ ਤੋਂ ਸਾਨੂੰ ਪਹਿਚਾਣ ਹੋ ਰਹੀ ਹੈ ਕਿ ਇਹ ਕੀ ਹਨ, ਯਾਨੀ ਕਿ ਕੀ ਇਹ ਐਸਿਡਸ ਹਨ, ਸੰਪत्तियां ਹਨ, ਸਾਡੇ ਤੇ ਕਰਜ਼ੇ ਯਾਨੀ ਕਿ ਲਾਇਬਿਲਿਟੀਜ਼ ਹਨ, ਜਾਂ ਇਹ ਖਰਚੇ ਜਾਂ ਐਕਸਪੈਂਸਿਸ ਹਨ, ਜਾਂ ਇਹ ਇਨਕਮ ਦੀ ਕੈਟਾਗਰੀ ਵਿੱਚ ਆਉਂਦੀਆਂ ਹਨ। ਤਾਂ ਇਸ ਐਕਸਰਸਾਈਜ਼ ਨੂੰ ਆਪਾਂ ਤੁਸੀਂ ਕੀਤਾ ਹੋਏਗਾ, ਕੋਸ਼ਿਸ਼ ਕੀਤੀ ਹੋਏਗੀ। ਅਗਰ ਨਹੀਂ ਕੀਤੀ ਹੈ ਤਾਂ ਪਹਿਲਾਂ ਤੁਸੀਂ ਇਹ ਵੀਡੀਓ ਹੈ ਇਸਨੂੰ ਪੌਜ਼ ਕਰ ਦਿਓ ਇੱਥੇ ਹੀ, ਔਰ ਇਸ ਨੂੰ ਜਿਹੜਾ ਹੈ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋ। ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਮੈਂ ਹੁਣੇ ਇਹਨੂੰ ਕਰਾਵਾਂਗਾ ਤਾਂ ਤੁਸੀਂ ਜਿਹੜੀ ਹੈ ਐਕਸਪਲੇਨ ਵੀ ਕਰਾਂਗਾ ਹਰ ਚੀਜ਼ ਨੂੰ, ਤਾਂ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ। ਇੱਕ ਵਾਰੀ ਕਰਨ ਤੋਂ ਬਾਅਦ ਇਹ ਚੀਜ਼ ਜ਼ਿਆਦਾ ਸਮਝ ਆਉਂਦੀ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਇਸ ਨੂੰ ਆਪਾਂ ਚੈੱਕ ਕਰਨਾ ਕਿ ਤੁਸੀਂ ਕੀ ਕੀਤਾ ਹੈ। ਤਾਂ ਆਪਣੇ ਕੋਲ ਇਸ ਵਿੱਚ ਕੀ ਦਿੱਤਾ ਹੋਇਆ ਕਿ ਕਲਾਸੀਫਾਈ ਦਾ ਫੋਲੋਇੰਗ। ਇਸ ਸਾਈਡ ਦੇ ਉੱਪਰ ਆਪਾਂ ਨੂੰ ਕੁਝ ਨਾਮ ਲਿਖੇ ਹੋਏ ਹੈ। ਇਹ ਅਕਾਊਂਟਸ ਜਾਂ ਉਹਨਾਂ ਚੀਜ਼ਾਂ ਦੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਕਲਾਸੀਫਾਈ ਕਰਨਾ ਹੈ। ਕਲਾਸੀਫਾਈ ਕਰਨ ਦਾ ਮਤਲਬ ਹੈ ਅਸੀਂ ਇਹ ਪਹਿਚਾਣ ਕਰਨੀ ਹੈ ਇੱਥੇ ਕਿ ਕੀ ਇਹ ਸੰਪत्तियां ਹਨ, ਲਾਇਬਿਲਿਟੀਜ਼ ਹਨ, ਐਕਸਪੈਂਸਿਸ ਹਨ ਜਾਂ ਇਨਕਮ ਹਨ। ਤਾਂ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਗਿਵਨ ਹੈ ਉਹ ਹੈ ਕੈਸ਼। ਕੈਸ਼ ਦਾ ਮਤਲਬ ਹੁੰਦਾ ਹੈ ਉਹ ਪੈਸਾ ਜੋ ਸਾਡੇ ਕੋਲ ਹੈ। ਤਾਂ ਸਾਡੇ ਕੋਲ ਜੋ ਪੈਸਾ ਹੈ, ਧਨ ਹੈ, ਕੀ ਉਹ ਐਸਿਡ ਹੈ ਜਾਂ ਕਰਜ਼ਾ ਹੈ ਜਾਂ ਇਨਕਮ ਹੈ ਜਾਂ ਐਕਸਪੈਂਸਿਸ ਹੈ। ਤਾਂ ਸਾਨੂੰ ਪਤਾ ਹੈ ਕਿ ਪੈਸਾ ਸਾਡੇ ਕੋਲ ਸਾਡੀ ਚੀਜ਼ ਹੈ, ਸਾਡਾ ਉਸ ਤੇ ਅਧਿਕਾਰ ਹੈ। ਜਿਵੇਂ ਕਿ ਅਸੀਂ ਸਮਝਿਆ ਸੀ ਕਿ ਹਰ ਉਹ ਚੀਜ਼ ਸਾਡੀ ਸੰਪत्ति ਹੈ ਜਿਸ ਤੇ ਸਾਡਾ ਅਧਿਕਾਰ ਹੈ, ਅਸੀਂ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਵਰਤ ਸਕਦੇ ਹੈਗੇ ਹਾਂ। ਤਾਂ ਕੈਸ਼ ਵੀ ਜਿਹੜੀ ਹੈ ਉਹ ਸਾਡੀ ਸੰਪत्ति ਹੈ, ਤਾਂ ਇਹ ਸਾਨੂੰ ਕਹਾਂਗੇ ਇਹ ਸਾਡੀ ਐਸਿਡ ਹੈ। ਔਰ ਅਸੀਂ ਇਹ ਵੀ ਸਮਝਿਆ ਸੀ ਕਿ ਕੈਸ਼ ਜੋ ਹੈ ਉਹ ਸਾਡੀ ਕਰੰਟ ਐਸਿਡ ਹੈ, ਚੱਲ ਸੰਪत्ति ਹੈ। ਚੱਲ ਸੰਪत्ति ਦਾ ਮਤਲਬ ਹੁੰਦਾ ਉਹ ਸੰਪत्तियां ਜਿਨ੍ਹਾਂ ਦੀ ਵੈਲਿਊ ਰੋਜ਼ਾਨਾ ਕੰਮ ਕਰਨ ਦੇ ਨਾਲ ਬਦਲਦੀ ਰਹਿੰਦੀ ਹੈ। ਤਾਂ ਇਹ ਕੈਸ਼ ਜੋ ਹੈ ਸਵੇਰੇ ਅਸੀਂ ਜਦੋਂ ਕੰਮ ਸ਼ੁਰੂ ਕਰਦੇ ਹਾਂ ਤਾਂ ਉਸਦੀ ਰਕਮ ਜਿਹੜੀ ਹੈ ਕੁਝ ਹੋਰ ਹੋ ਸਕਦੀ ਹੈ, ਸ਼ਾਮ ਤੱਕ ਇਸ ਵਿੱਚ ਕੈਸ਼ ਆਇਆ ਜਾਂਦਾ ਰਹਿੰਦਾ ਹੈ ਵਪਾਰ ਦੇ ਵਿੱਚ। ਤਾਂ ਵਪਾਰ ਕਰਨ ਨਾਲ ਇਸ ਦੀ ਵੈਲਿਊ ਰੋਜ਼ਾਨਾ ਚੇਂਜ ਹੁੰਦੀ ਹੈ। ਤਾਂ ਇਸ ਕਰਕੇ ਇਸ ਨੂੰ ਅਸੀਂ ਚੱਲ ਸੰਪत्ति ਦਾ ਨਾਮ ਦਿੱਤਾ ਸੀ, ਕਰੰਟ ਐਸਿਡ ਕਿਹਾ ਸੀ। ਤਾਂ ਕੈਸ਼ ਸਾਡੀ ਸੰਪत्ति ਹੈ। ਐਸੇ ਤਰੀਕੇ ਨਾਲ ਜੋ ਨੈਕਸਟ ਸਾਡੇ ਕੋਲ ਦਿੱਤਾ ਹੋਇਆ ਹੈ ਫਰਨੀਚਰ। ਫਰਨੀਚਰ ਦਾ ਮਤਲਬ ਹੈ ਉਹ ਸਮਾਨ ਜਿਸ ਨੂੰ ਅਸੀਂ ਵਰਤ ਕੇ, ਜਿਸ 'ਚ ਅਲਮਾਰੀ ਆ ਗਿਆ, ਉਸ ਦੇ ਵਿੱਚ ਮੇਜ਼ ਕੁਰਸੀ ਆ ਗਿਆ, ਉਸ 'ਚ ਬਹੁਤ ਸਾਰਾ ਜਿਹੜਾ ਡੈਸਕ ਆ ਗਏ, ਤਾਂ ਇਸ 'ਚ ਉਹ ਸਾਰਾ ਸਮਾਨ ਆ ਗਿਆ ਜੋ ਅਸੀਂ ਬਿਜ਼ਨਸ ਦੇ ਵਿੱਚ ਯੂਜ਼ ਕਰ ਰਹੇ ਹਾਂ, ਵਰਤ ਰਹੇ ਹਾਂ, ਔਰ ਉਹਨਾਂ ਨੂੰ ਵਰਤ ਕੇ ਅਸੀਂ ਜਿਹੜਾ ਹੈ ਵਪਾਰ ਕਰ ਰਹੇ ਹਾਂ। ਤਾਂ ਇਹ ਸਾਡੀਆਂ, ਕਿਉਂਕਿ ਅਸੀਂ ਸਪੈਸ਼ਲ ਕਿਹਾ ਸੀਗਾ ਕਿ ਜੇਕਰ ਕੋਈ ਮਾਲ ਹੋਏਗਾ ਤਾਂ ਉਹਦੇ ਲਈ ਅਸੀਂ ਗੁੱਡਸ ਵਰਡ ਜਿਹੜਾ ਹੈ ਉਹ ਯੂਜ਼ ਕਰਾਂਗੇ। ਤਾਂ ਜਦੋਂ ਇੱਥੇ ਫਰਨੀਚਰ ਯੂਜ਼ ਕੀਤਾ ਹੋਇਆ ਸ਼ਬਦ, ਤਾਂ ਇਹਦਾ ਮਤਲਬ ਇੱਥੇ ਇਹ ਮਾਲ ਨਹੀਂ ਹੈ ਬਲਕਿ ਇਹ ਸਾਡੀ ਸੰਪत्ति ਹੈ ਜਿਸ ਨੂੰ ਅਸੀਂ ਵਰਤ ਕੇ ਜਿਹੜਾ ਹੈ ਬਿਜ਼ਨਸ ਕਰਨਾ ਹੈ। ਤਾਂ ਅਸੀਂ ਐਸਿਡ ਦੀ ਡੈਫੀਨੇਸ਼ਨ 'ਚ ਇਹ ਵੀ ਗੱਲ ਸਮਝੀ ਸੀ ਕਿ ਇੱਕ ਹਰ ਉਹ ਚੀਜ਼ ਸਾਡੀ ਸੰਪत्ति ਹੈ ਜਿਸ ਤੇ ਸਾਡਾ ਅਧਿਕਾਰ ਹੈ, ਨਾਲ ਹੀ ਉਹ ਚੀਜ਼ ਸੰਪत्ति ਹੈ ਜਿਸ ਨੂੰ ਅਸੀਂ ਵਰਤਣਾ ਹੈ ਬਿਜ਼ਨਸ 'ਚ, ਔਰ ਕੱਲ ਨੂੰ ਉਹ ਸਾਡੇ ਕੰਮ ਆਏਗੀ ਜਿਸ ਦੇ ਵਰਤੋਂ ਨਾਲ ਅਸੀਂ ਪੈਸਾ ਜਿਹੜਾ ਕਮਾ ਰਹੇ ਹਾਂ। ਤਾਂ ਅਸੀਂ ਵੇਚਣ ਲਈ ਉਹਨੂੰ ਨਹੀਂ ਖਰੀਦਿਆ ਹੋਇਆ। ਤਾਂ ਫਰਨੀਚਰ ਅਸੀਂ ਖਰੀਦਿਆ ਹੋਇਆ ਜੋ ਬਿਜ਼ਨਸ ਦੇ ਵਿੱਚ, ਉਹ ਵੇਚਣ ਲਈ ਨਹੀਂ ਖਰੀਦਿਆ ਹੋਇਆ, ਉਹਨੂੰ ਅਸੀਂ ਵਰਤਣਾ ਹੈ। ਤਾਂ ਅਗਰ ਵਰਤਣਾ ਹੈ ਤਾਂ ਉਹ ਸਾਡੀ ਸੰਪत्ति ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਯਾਦ ਕਰ ਲਈਏ ਕਿ ਇਹ ਕਿਹੜੀ ਸੰਪत्ति ਹੈ। ਇਹ ਟੈਂਜੀਬਲ ਹੈ ਕਿਉਂਕਿ ਇਸ ਨੂੰ ਛੂ ਸਕਦੇ ਹਾਂ, ਔਰ ਇਹ ਫਿਕਸਡ ਐਸਿਡ ਹੈ। ਫਿਕਸ ਦਾ ਮਤਲਬ ਸੀ ਉਹ ਸੰਪत्ति ਜਿਨ੍ਹਾਂ ਦੀ ਵੈਲਿਊ ਰੋਜ਼ਾਨਾ ਕੰਮਕਾਰ ਨਾਲ ਚੇਂਜ ਨਹੀਂ ਹੁੰਦੀ। ਰੋਜ਼ਾਨਾ ਕੰਮਕਾਰ ਇੱਥੇ ਬਹੁਤ ਇੰਪੋਰਟੈਂਟ ਸ਼ਬਦ ਹੈ, ਜਦੋਂ ਆਪਾਂ ਡਿਟੇਲ 'ਚ ਡਿਸਕਸ ਕੀਤਾ ਸੀ ਕਿ ਫਰਨੀਚਰ ਜਿਹੜਾ ਹੈ ਉਹ ਅਸੀਂ ਇੱਕ ਦਿਨ ਨਾ ਵਰਤੀਏ ਜਾਂ ਲਗਾਤਾਰ ਵਰਤੀਏ ਤਾਂ ਉਸਦੀ ਵੈਲਿਊ ਰੋਜ਼ਾਨਾ ਚੇਂਜ ਨਹੀਂ ਹੋਏਗੀ। ਠੀਕ ਹੈ, ਬਿਜ਼ਨਸ ਕਰਨ ਨਾਲ ਉਹਨਾਂ ਦੇ ਵੈਲਿਊ ਦੇ ਰੋਜ਼ ਇਫੈਕਟ ਨਹੀਂ ਆਏਗਾ ਫਰਨੀਚਰ ਦੀ। ਇਸ ਕਰਕੇ ਇਹ ਕਿਹੜੀ ਸੰਪत्ति ਹੈ, ਇਹ ਫਿਕਸਡ ਐਸਿਡ ਹੈ। ਤੇ ਇਹ ਐਸਿਡ ਤੇ ਹੈ ਹੀ ਹੈ ਔਰ ਇਹ ਫਿਕਸਡ ਐਸਿਡ ਹੈ। ਤਾਂ ਇਸ ਤਰ੍ਹਾਂ ਆਪਾਂ ਸਾਰੀ ਚੀਜ਼ਾਂ ਦੀ ਪਹਿਚਾਣ ਕਰਨੀ ਹੈ। ਨੈਕਸਟ ਆਪਣੇ ਕੋਲ ਗਿਵਨ ਹੈ ਸੇਲਸ। ਸੇਲਸ ਦਾ ਮਤਲਬ ਹੈ ਉਹ ਮਾਲ ਜੋ ਅਸੀਂ ਵੇਚਿਆ ਹੈ, ਕਿਉਂਕਿ ਇੱਥੇ ਹੁਣ ਸਾਨੂੰ ਕਲੀਅਰ ਹੈ ਜਦੋਂ ਅਸੀਂ ਪੜ੍ਹਿਆ ਸੀ
कि गुड्स जो बेचांगे तो असी सेल शब्द की वरतों करांगे। तो यदा मतलब असी जिहड़ा है वो माल बेच के पैसा कमाया है, तो यह साडी जो कमाई है तो साडी की होगी, यह इनकम होगी। एक तरीके नाल साडे कोले पैसा आ रहा है। ठीक है। परचेज भी जिहड़ा है इसका संबंध भी साडी गुड्स नाल है। ये माल असी खरीदिया है जिसनों असी बेचना है, तो जो माल असी उपर बेचा है वो इत्थे पहला खरीदिया गया है, तो खरीदण लई असी इसनूं पैसे दिते हैं, साडे कोल चीज़ आई है, तो एक तरीके नाल ये साडा खर्चे विच आएगा, तो असी इसनूं एक्सपेंसिस करने हैं। अगर इत्थे असी गुड्स परचेज दे नाल इहनूं आपां इह मान लईए कि ये साडे कोल अनविकिया माल है जिहनूं असी स्टॉक कह दिंदे हां, तो स्टॉक जिहड़ा है वो साडी संपत्ति भी है। ठीक है। जो साडे कोल माल पिया होया है वो साडी एसिट भी है, साडे कोल बचा होया माल है और वो करंट एसिट है, क्योंकि कभी स्टॉक वध जाता है, कभी घट जाता है। तो इस तरीके नाल जो गुड्स भी साडे कोल बचियां पईयां ने वो साडी संपत्ति है, एसिट है। रेंट पेड जो असी किराया दिता है, तो जो असी किराया दिता है तो इसका मतलब असी पहला कमरा कोई चीज़ यूज़ की है जिसका किराया दिता है, सर्विस का फायदा उठा के पैसे दिते हैं, तो यह साडा की हो गया जी, बिल्कुल खर्चा हो गया। तो जो सानू पैसे अगर रेंट पेड का मतलब साफ साफ दिख रहा है कि किराया दिता गया है। तो नैक्सट साडे कोल है कमीशन रिसीव्ड। हुण इत्थे रिसीव्ड शब्द आ गया है, सानू प्राप्त होया है, और कमीशन है, कमीशन तो साफ है कि सानू कोई पैसा जो असीं काम कराया किसी का उहदे बदले सानू कुछ मिलिया है जिसनूं असीं कमीशन कहने हाँ, तो ये साडी की बन गया, इनकम बन गया है। तो इस तरीके नाल ये साडी इनकम है। अगला साडे कोल है कैपिटल अकाउंट। ये बहुत इंटरस्टिंग है। कैपिटल अकाउंट असीं डिस्कस किया कि कैपिटल की होंदी है। कैपिटल वो होंदी है जो मालक द्वारा पैसा बिजनेस विच लगाया जाता है। जो ओनर जिहड़ा है वो जो इन्वेस्टमेंट करता है बिजनेस, उन्होंने असीं कैपिटल अकाउंट से लिखते हैं, उन्होंने कैपिटल कहने हैं। तो असीं एक कंसैप्ट भी डिस्कस किया जिन्होंने असीं कहा सी एंटिटी कंसैप्ट, और असीं ये कहा सी कि एंटिटी कंसैप्ट कहता है कि मालक अलग है और बिजनेस जिहड़ा है वो अलग है। अगर असीं मालक तो भी कोई पैसा लैंदे हाँ तो उसनों भी असीं उवें ही लिखना है जिवें किसी बाहरले तो लिया होया है। ਇਹਦਾ मतलब जे आपां किसी बाहरले तो पैसा लैंदे हाँ तो साडा ते कर्जा चढ़ जाता है, असीं किसी तो वापस करना है उसका पैसा। असीं किसी तो भी लिया पैसा, अगर उसनूं असीं वापस करना है तो साडे ते की है, कर्जा है, लाइबिलिटी है। इसे तरीके नाल जो मालक है, क्योंकि उन्होंने बाहरले वांगू ही मनना है असीं, तो उसने जो भी पैसा बिजनेस च लगाया है, अब बिजनेस सोचता है कि मैं उसनूं ये पैसा भी वापस करना है। तो अगर मालक नूं भी ये पैसा असीं उवें ही वापस करना है जिवें किसी बाहरले नूं करना है, तो ये भी साडे लई की बनेगा, कर्जा बनेगा। तो कैपिटल अकाउंट जिहड़ा है वो साडे लई लाइबिलिटी है, कर्जा है। ठीक है। तो इस कंसैप्ट नूं बहुत ध्यान नाल एंटिटी कंसैप्ट नाल जोड़ के समझना है कि जिवें असीं बाहरले नूं पैसा जिहड़ा है देना है वो साडे ते कर्जा है, सेम उवें ही मालक द्वारा लगाया गया पैसा भी साडे ते कर्जा ही है, क्योंकि मालक भी एक बाहरले व्यक्ति वांगू ही असीं ट्रीट कर रहे हाँ। वो जो भी लैके जाता है वो भी असीं लिखते हाँ, जो वो लिआंदा है वो भी लिखते हाँ, और जो वो लिआया है वो असीं कल नूं वापस ही करना है। इसका बिल्कुल उल्ट नाल ही पॉइंट है ड्राइंग्स अकाउंट। इस ते भी सेम लॉजिक लगेगा, क्योंकि ड्राइंग का मतलब होंदा है जो मालक इत्थों लैके गया है बिजनेस विचों, कैपिटल लई लैके आया है और ड्राइंग्स जो लैके गया है। तो जेकर जो मालक लैके आया है साडे कोल वो अगर कर्जा है, तो जो मालक साडे कोलों लैके गया है वो साडी संपत्ति है। जिवें असीं मालक दे पैसे देने हन वापस, असीं उहनूं कर्जा मन्निया है, उवें ही जेकर मालक इत्थों लैके गया असीं उस तों वापस पैसे लैने हन तो वो साडे एक तरह नाल संपत्ति बन जाएगी। हालांकि असीं इसनूं अगे जाके एसिड च नहीं घटावांगे, असीं इसनूं इत्थे कैपिटल दे विच ही एडजस्ट कर दिंदे हां, लेकिन एक तरीके नाल ये एक दूजे दे उल्ट हन। ये दोवें एक दूजे दे उल्ट खाते मन्ने जाते हैं। इस बारे डिटेल आपां होर भी अगे जाके डिस्कस करांगे। नैक्सट साडे कोल है रिपेयर ऑफ मशीनरी। खर्चा होया है साडा मशीनरी दी असीं रिपेयर कराई है। कोई भी साडी संपत्ति होएगी मशीनरी वो खराब हो गई, उसकी ठीक कर मरम्मत कराई है, उसके पैसे दिते हैं, तो यह साडा की हो गया, ये साडा खर्चा हो गया। इसनूं असीं खर्चे दे विच मन्नांगे। मशीनरी साडी संपत्ति जरूर है, लेकिन रिपेयर जिहड़ी है वो साडी जिहड़ा है खर्चा होएगा। नैक्सट साडे कोल है बिल्डिंग। तो बिल्डिंग जो है वो भी साडी संपत्ति है, क्योंकि असीं कोई भी इमारत खरीदी है उसनूं कई साल वरतना है, वो साडा उसका अधिकार है, तो सारियां साडियां पूरियां शर्तां करदी है जो एक संपत्ति लई जरूरी है। तो बिल्डिंग नूं वरतदे के असीं बिजनेस नूं करना है, तो बिल्डिंग साडी की बन गई, संपत्ति है। बिल्डिंग साडा खर्चा नहीं है, क्योंकि इसकी लाइफ कई साल की है और उसनूं कई साल असीं वरतना है। इहनूं थोड़े समय लई असीं नहीं लिया होया, ये एक साल दे विच नहीं वरती जा सकदी,
ਤਾਂ ਇਸ ਕਰਕੇ ਇਹ ਸਾਡੀ ਕੀ ਬਣ ਜਾਏਗੀ, ਸੰਪत्ति ਬਣ ਜਾਏਗੀ। ਨੈਕਸਟ ਸਾਡੇ ਕੋਲ ਹੈ ਮਸ਼ੀਨਰੀ। ਮਸ਼ੀਨਰੀ ਵੀ ਸੇਮ ਕਰੈਕਟਰਿਸਟਿਕਸ ਹੈ, ਸੇਮ ਉਹੀ ਸ਼ਰਤਾਂ ਨੇ ਜੋ ਬਿਲਡਿੰਗ ਵਾਂਗੂ ਨੇ। ਇਹ ਵੀ ਅਸੀਂ ਲੰਬੇ ਸਮੇਂ ਲਈ ਵਰਤਣ ਲਈ ਲਈ ਹੈ ਔਰ ਇਹਦੀ ਉਮਰ ਵੀ 12 ਮਹੀਨੇ ਤੋਂ ਵੱਧ ਹੈ। ਕਈ ਕਾਊਂਟਿੰਗ ਪੀਰੀਅਡ 'ਚ ਵਰਤੀ ਜਾਏਗੀ, ਤਾਂ ਇਹ ਵੀ ਖਰਚਾ ਨਹੀਂ ਹੈ ਬਲਕਿ ਇਹ ਸਾਡੀ ਕੀ ਹੈ, ਸੰਪत्ति ਹੈ। ਅਗਲਾ ਹੈ ਲੋਨ, ਬੈਂਕ ਲੋਨ। ਅਸੀਂ ਬੈਂਕ ਤੋਂ ਕਰਜ਼ਾ ਲਿਆ ਹੈ, ਲੋਨ ਦਾ ਮਤਲਬ ਹੈ ਕਰਜ਼ਾ। ਤਾਂ ਅਗਰ ਅਸੀਂ ਵਪਾਰ ਲਈ ਕੋਈ ਕਰਜ਼ੇ ਲਏ ਹਨ ਬੈਂਕ ਤੋਂ, ਤਾਂ ਇਹ ਸਾਡੇ ਉੱਪਰ ਕਰਜ਼ਾ ਚੜ ਗਿਆ ਹੈ ਜੋ ਅਸੀਂ ਕੱਲ ਨੂੰ ਮੋੜਨਾ ਹੈ। ਤਾਂ ਕਰਜ਼ੇ ਨੂੰ ਅਸੀਂ ਕੀ ਮੰਨਦੇ ਹਾਂ, ਲਾਇਬਿਲਿਟੀ। ਇਹ ਸਾਡਾ ਲਾਇਬਿਲਿਟੀ ਦਾ ਮਤਲਬ ਹੀ ਸਾਡਾ ਹੁੰਦਾ ਕਿ ਜੋ ਪੈਸੇ ਅਸੀਂ ਦੇਣੇ ਹਨ, ਜੋ ਅਸੀਂ ਲੋਕਾਂ ਦੇ ਪੈਸੇ ਦੇਣੇ ਹਨ, ਉਸ ਨੂੰ ਅਸੀਂ ਲਾਇਬਿਲਿਟੀ ਕਹਿੰਦੇ ਹਾਂ। ਨੈਕਸਟ ਸਾਡੇ ਕੋਲ ਹੈ ਮਿਸਟਰ ਐਕਸ ਕ੍ਰੈਡਿਟ ਸੇਲ। ਇਸ ਦਾ ਮਤਲਬ ਕੀ ਹੈ ਕਿ ਮਿਸਟਰ ਐਕਸ ਹੈ ਕੋਈ, ਅਸੀਂ ਉਸਨੂੰ ਉਧਾਰ ਮਾਲ ਵੇਚਿਆ ਹੈ। ਤਾਂ ਅਸੀਂ ਪੜ੍ਹਿਆ ਸੀ ਕਿ ਜੇਕਰ ਅਸੀਂ ਕਿਸੇ ਨੂੰ ਉਧਾਰ ਮਾਲ ਵੇਚਦੇ ਹਾਂ ਤਾਂ ਉਹ ਸਾਡੇ ਡੈਟਰਸ ਕਹਾਉਂਦੇ ਆ, ਉਹਨਾਂ ਨੂੰ ਅਸੀਂ ਡੈਟਰਸ ਬੋਲਦੇ ਹਾਂ। ਤਾਂ ਮਿਸਟਰ ਐਕਸ ਇੱਥੇ ਡੈਟਰਸ ਹੈ, ਯਾਨੀ ਕਿ ਅਸੀਂ ਉਸ ਤੋਂ ਪੈਸੇ ਲੈਣੇ ਹਨ। ਇਹ ਉਹ ਸਾਡਾ ਦੇਣਦਾਰ ਹੈ ਕਿਉਂਕਿ ਅਸੀਂ ਉਸਨੂੰ ਉਧਾਰ ਮਾਲ ਵੇਚਿਆ ਹੋਇਆ ਹੈ। ਤਾਂ ਅਗਰ ਕਿਸੇ ਬੰਦੇ ਨੂੰ ਅਸੀਂ ਉਧਾਰ ਮਾਲ ਵੇਚਿਆ ਹੈ ਔਰ ਉਸ ਤੋਂ ਪੈਸੇ ਲੈਣੇ ਹਨ, ਤਾਂ ਉਹ ਸਾਡੇ ਹੀ ਪੈਸੇ ਉਹਦੇ ਕੋਲ ਹਨ, ਸਾਡਾ ਉਸ ਪੈਸੇ ਤੇ ਸਾਡਾ ਅਧਿਕਾਰ ਹੈ, ਚਾਹੇ ਪਏ ਉਹਦੇ ਕੋਲ ਹਨ। ਤਾਂ ਉਹ ਸਾਡੀ ਕੀ ਬਣ ਜਾਏਗੀ, ਸੰਪत्ति ਬਣ ਜਾਏਗੀ। ਔਰ ਨਾਲ ਦੀ ਨਾਲ ਇਹ ਕਿਹੜੀ ਸੰਪत्ति ਬਣੇਗੀ, ਇੱਕ ਕਰੰਟ ਐਸਿਡ ਬਣੇਗੀ, ਕਿਉਂਕਿ ਡੈਟਰਸ ਜਿਹੜੇ ਨੇ ਉਹ ਰੋਜ਼ ਚੇਂਜ ਹੁੰਦੇ ਨੇ। ਕਦੀ ਉਧਾਰ ਲੈ ਗਏ, ਕਦੀ ਪੈਸੇ ਦੇ ਗਏ, ਕਦੀ ਹੋਰ ਮਾਲ ਲੈ ਗਏ। ਤਾਂ ਇਹ ਉਧਾਰ ਚੱਲਦਾ ਰਹਿੰਦਾ ਡੈਟਰਸ ਦੇ ਨਾਲ ਲੈਣ ਦੇਣ। ਔਰ ਬਿਜ਼ਨਸ ਕਰਾਂਗੇ ਤਾਂ ਡੈਟਰਸ ਵੱਧਦੇ ਘਟਦੇ ਰਹਿਣਗੇ। ਤਾਂ ਜਿਨ੍ਹਾਂ ਦੀ ਵੈਲਿਊ ਬਿਜ਼ਨਸ ਕਰਨ ਨਾਲ ਰੋਜ਼ਾਨਾ ਚੇਂਜ ਹੁੰਦੀ ਹੈ, ਅਸੀਂ ਉਸਨੂੰ ਕਰੰਟ ਐਸਿਡ ਮੰਨਦੇ ਹਾਂ। ਤਾਂ ਇਸ ਕਰਕੇ ਅਗਰ ਮਿਸਟਰ ਐਕਸ ਹੈ ਜੋ, ਜਿਸਨੂੰ ਅਸੀਂ ਉਧਾਰ ਮਾਲ ਵੇਚਿਆ ਹੈ, ਇਹ ਸਾਡੀ ਕਰੰਟ ਐਸਿਡ ਮੰਨਿਆ ਜਾਏਗਾ। ਨੈਕਸਟ ਸਾਡੇ ਕੋਲ ਹੈ ਮਿਸਟਰ ਵਾਈ। ਇਹਨੂੰ ਅਸੀਂ ਕ੍ਰੈਡਿਟ ਪਰਚੇਜ਼ ਕੀਤਾ ਹੈ, ਇਸ ਤੋਂ ਅਸੀਂ ਕੋਈ ਮਿਸਟਰ ਵਾਈ ਹੈ ਉਹਨਾਂ ਤੋਂ ਅਸੀਂ ਮਾਲ ਜਿਹੜਾ ਹੈ ਖਰੀਦਿਆ ਹੈ। ਤਾਂ ਇਹਦਾ ਮਤਲਬ ਇਹ ਸਾਡੇ ਕ੍ਰੈਡੀਟਰ ਹਨ ਕਿਉਂਕਿ ਇਹਨਾਂ ਦੇ ਪੈਸੇ ਅਸੀਂ ਦੇਣੇ ਹਨ, ਇਹ ਸਾਡੇ ਲੈਣਦਾਰ ਹਨ। ਤਾਂ ਅਗਰ ਇਸ ਕਿਸੇ ਤੋਂ ਉਧਾਰ ਮਾਲ ਖਰੀਦਿਆ ਹੈ ਔਰ ਉਹ ਪੈਸਾ ਦੇਣਾ ਹੈ ਤਾਂ ਸਾਡੇ ਤੇ ਕਰਜ਼ਾ ਚੜ ਗਿਆ ਹੈ ਜੋ ਅਸੀਂ ਮੋੜਨਾ ਹੈ। ਤਾਂ ਕਰਜ਼ੇ ਨੂੰ ਅਸੀਂ ਕਰਜ਼ੇ 'ਚ ਹੀ ਲਿਖਾਂਗੇ। ਤਾਂ ਇਹ ਸਾਡਾ ਕਰਜ਼ਾ ਸਾਡੀ ਲਾਇਬਿਲਿਟੀ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਨੇ ਉਹ ਕਲਾਸੀਫਿਕੇਸ਼ਨ ਕਰ ਰਹੇ ਹਾਂ, ਪਹਿਚਾਣ ਕਰ ਰਹੇ ਹਾਂ, ਇਹਨਾਂ ਨੂੰ ਸ਼ਾਇਦ ਲਗਾ ਕੇ ਦੇਖਣ ਦੇ, ਇਹਨਾਂ ਦੇ ਨਾਮ ਤੋਂ ਸਮਝਦੇ ਹੋਏ ਕਿ ਇਹ ਕੀ ਹਨ, ਕੀ ਐਸਿਡ ਹਨ, ਖਰਚੇ ਹਨ, ਸੰਪत्तियां ਹਨ ਜਾਂ ਇਨਕਮ ਹਨ। ਤਾਂ ਅੱਗੇ ਮੂਵ ਕਰਦੇ ਹਾਂ। ਤਾਂ ਹੁਣ ਆਪਣੇ ਕੋਲ ਨੈਕਸਟ ਹੈ ਉਹ ਹੈ ਇੰਟਰਸਟ ਰਿਸੀਵਡ, ਵਿਆਜ ਪ੍ਰਾਪਤ ਹੋਇਆ ਹੈ। ਤਾਂ ਵਿਆਜ ਜੋ ਹੈ ਇੱਥੇ ਮੈਂ ਲਿਖ ਲੈਣਾ ਐਸਿਡਸ, ਆ ਸਾਡੀਆਂ ਐਸਿਡਸ ਹੈ, ਆ ਸਾਡੀਆਂ ਲਾਇਬਿਲਿਟੀਜ਼ ਹੈ, ਆ ਸਾਡੇ ਐਕਸਪੈਂਸਿਸ ਹੈ ਔਰ ਇੱਥੇ ਅਸੀਂ ਇਨਕਮ ਲਿਖਾਂਗੇ। ਤਾਂ ਇਹ ਸਾਡੇ ਕੋਲ ਹੈ, ਅਸੀਂ ਲਿਖਿਆ ਇੰਟਰਸਟ ਰਿਸੀਵਡ, ਸਾਨੂੰ ਵਿਆਜ ਪ੍ਰਾਪਤ ਹੋਇਆ ਹੈ। ਰਿਸੀਵਡ ਮਤਲਬ ਪ੍ਰਾਪਤ ਹੋਇਆ ਹੈ। ਤਾਂ ਕੀ ਹੈ ਵਿਆਜ? ਵਿਆਜ ਸਾਨੂੰ ਪਤਾ ਹੈ ਕਿ ਅਗਰ ਕੋਈ ਵਿਆਜ ਮਿਲਿਆ ਹੈ ਤਾਂ ਇਹ ਸਾਡੀ ਇਨਕਮ ਹੋਏਗੀ ਕਿਉਂਕਿ ਇਹ ਪ੍ਰਾਪਤ ਹੋਇਆ, ਖਰਚਾ ਨਹੀਂ ਹੋਏਗਾ। ਖਰਚਾ ਦਾ ਪੇਡ ਹੁੰਦਾ ਹੈ, ਤਾਂ ਪ੍ਰਾਪਤ ਵੇਲੇ ਸਾਡੀ ਇਨਕਮ ਹੀ ਹੈ ਸਾਨੂੰ, ਤਾਂ ਅਸੀਂ ਇਸ ਨੂੰ ਇਨਕਮ 'ਚ ਲਿਖਾਂਗੇ। ਤਾਂ ਇੰਟਰਸਟ ਰਿਸੀਵ ਸਾਡੀ ਇਨਕਮ ਮੰਨਿਆ ਜਾਏਗਾ। ਇਸੇ ਤਰੀਕੇ ਨਾਲ ਬੈਂਕ ਚਾਰजेस, ਬੈਂਕ ਨੇ ਕੁਝ ਖਰਚਾ ਕੱਟ ਲਿਆ ਹੈ, ਸਾਡਾ ਚਾਰजेस ਲੈ ਲਏ ਹੈ। ਤਾਂ ਚਾਰजेस ਅਗਰ ਬੈਂਕ ਸਾਡੇ ਤੋਂ ਲੈ ਕੇ ਗਿਆ ਤਾਂ ਇਹ ਸਾਡੇ ਖਰਚੇ ਮੰਨਾਂਗੇ ਕਿਉਂਕਿ ਇਹ ਸਾਡੇ ਕੋਲੋਂ ਪੈਸਾ ਗਿਆ ਹੈ, ਬੈਂਕ ਨੇ ਕੱਟ ਲਿਆ ਹੈ। ਇਹ ਕੋਈ ਸਾਡੇ ਕੋਲ ਚੀਜ਼ ਆਈ ਤਾਂ ਹੈ ਨਹੀਂ, ਕੋਈ ਸੰਪत्ति ਦਾ ਬਣੀ ਨਹੀਂ ਹੈ, ਤੇ ਇਹ ਪੈਸੇ ਨਾਲ ਤਾਂ ਚਲੇ ਵੀ ਗਏ ਹਨ, ਇਸ ਕਰਕੇ ਕਰਜ਼ਾ ਵੀ ਨਹੀਂ ਹੈ। ਤਾਂ ਇਹ ਸਾਡਾ ਕੀ ਹੋਏਗਾ, ਖਰਚਾ ਹੋਏਗਾ। ਅੱਗੇ ਹੈ ਐਡਵਰਟਾਈਜ਼ਮੈਂਟ। ਐਡਵਰਟਾਈਜ਼ਮੈਂਟ ਅਸੀਂ ਕੀ ਕੀਤਾ, ਇਸ਼ਤਿਹਾਰਬਾਜ਼ੀ ਕੀਤੀ ਹੈ। ਅਸੀਂ ਕੋਈ ਸੈਂਪਲ ਵੰਡੇ ਹੈ, ਕੋਈ ਬੋਰਡ ਲਗਾਏ ਹੈ, ਕੋਈ ਅਖਬਾਰ ਟੀਵੀ 'ਚ ਐਡ ਦਿੱਤੀ ਹੈ, ਤਾਂ ਅਸੀਂ ਉਸਨੂੰ ਬੋਲਦੇ ਹਾਂ ਐਡਵਰਟਾਈਜ਼ਮੈਂਟ ਐਕਸਪੈਂਸਿਸ ਹੈ। ਤਾਂ ਇਹ ਸਾਡੇ ਖਰਚੇ ਹੋ ਗਏ ਹਨ, ਤਾਂ ਇਸ ਨੂੰ ਅਸੀਂ ਐਕਸਪੈਂਸਿਸ ਵਿੱਚ ਟ੍ਰੀਟ ਕਰਾਂਗੇ। ਅਗਰ ਇਹ ਖਰਚੇ ਵੱਡੇ ਹਨ, ਕੋਈ ਇਹੋ ਜਿਹਾ ਖਰਚਾ ਕੀਤਾ ਹੈ ਜਿਹੜਾ ਕਈ ਸਾਲਾਂ ਦੇ ਵਿੱਚ ਵਰਤਿਆ ਜਾਏਗਾ, ਤਾਂ ਅਸੀਂ ਇਸ ਨੂੰ ਐਸਿਡ ਵੀ ਬਣਾ ਸਕਦੇ ਹਾਂ। ਜਿਵੇਂ ਇਸ ਤਰ੍ਹਾਂ ਕੋਈ ਇਹੋ ਜਿਹੇ ਬੋਰਡ ਲਗਾਏ ਹਨ ਜਿਨ੍ਹਾਂ ਦੀ ਲਾਈਫ 4 ਸਾਲ 5 ਸਾਲ ਹੈ, ਉਹ ਲਾਏ ਤਾਂ ਐਡਵਰਟਾਈਜ਼ਮੈਂਟ ਲਈ ਹੈ ਲੇਕਿਨ ਉਹ 1 ਸਾਲ 'ਚ ਨਹੀਂ ਹੋਣ ਵਾਲੀ ਖਤਮ, ਉਹ ਬੋਰਡ ਜਿਹੜੇ ਨੇ ਉਹ ਕਈ ਸਾਲ ਚੱਲਣਗੇ। ਤਾਂ ਅਸੀਂ ਇਸ ਨੂੰ ਫਿਰ ਐਸਿਡ ਵਿੱਚ ਵੀ ਕੁਝ ਹਿੱਸਾ ਟ੍ਰੀਟ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਹੈ ਫਰੇਟ। ਫਰੇਟ ਦਾ ਮਤਲਬ ਹੁੰਦਾ ਹੈ ਭਾੜਾ, ਯਾਨੀ ਕਿ ਜਦੋਂ ਅਸੀਂ ਕੋਈ ਮਾਲ ਖਰੀਦਦੇ ਹਾਂ, ਸਾਡੇ ਕੋਲ ਸਮਾਨ ਆਉਂਦਾ ਹੈ, ਤਾਂ ਅਸੀਂ ਉਸਦਾ ਜਿਹੜਾ ਆਉਣ ਜਾਣ ਦਾ ਖਰਚਾ ਦਿੰਦੇ ਹਾਂ, ਤਾਂ ਉਸਨੂੰ ਅਸੀਂ ਫਰੇਟ ਬੋਲਦੇ ਹਾਂ, ਭਾੜਾ ਬੋਲਦੇ ਹਾਂ। ਤਾਂ ਇਹ ਭਾੜਾ ਦਿੱਤਾ ਹੈ, ਮਾਲ ਖਰੀਦਣ ਦੇ ਉੱਪਰ ਦਿੱਤਾ ਹੈ ਸਾਨੂੰ, ਤਾਂ ਇਹ ਸਾਡਾ ਕੀ ਬਣ ਗਿਆ, ਖਰਚਾ ਬਣ ਗਿਆ। ਇਸੇ ਤਰੀਕੇ ਨਾਲ ਅਸੀਂ ਵੇਜਿਸ ਬੋਲਦੇ ਹਾਂ। ਵੇਜਿਸ ਦਾ ਮਤਲਬ ਹੁੰਦਾ ਹੈ ਕਿ ਜੋ ਸਾਡੇ ਕੋਲ ਕੰਮ ਕਰ ਰਿਹਾ, ਮਾਲ ਉਤਾਰਿਆ, ਜਿਨ੍ਹਾਂ ਨੇ ਦਿਹਾੜੀਦਾਰ ਹੈਗੇ, ਉਹਨਾਂ ਨੂੰ ਅਸੀਂ ਕੋਈ ਜਿਹੜੀ ਹੈ ਪੈਸੇ ਦਿੱਤੇ ਹਨ, ਅਸੀਂ ਉਹਨਾਂ ਨੂੰ ਦਿਹਾੜੀ ਕਰਾਈ, ਉਸਦੇ ਬਦਲੇ ਜੋ ਪੈਸੇ ਦਿੱਤੇ ਹਨ ਉਸਨੂੰ ਅਸੀਂ ਵੇਜਿਸ ਬੋਲਦੇ ਹਾਂ। ਤਾਂ ਜੋ ਸਾਡੇ ਕੋਲ ਕੋਈ ਮੰਥਲੀ ਬੰਦਾ ਕੰਮ ਕਰਦਾ, ਜਿਹਨੂੰ ਅਸੀਂ ਮਹੀਨੇ ਬਾਅਦ ਪੈਸੇ ਦਿੰਦੇ ਹਾਂ, ਉਦੋਂ ਅਸੀਂ ਸੈਲਰੀ ਵਰਤਦੇ ਹਾਂ।
वेजिज आमतौर पर शब्द जोड़ा है वो डेली जड़ियाँ पेमेंट्स ने रोजाना दिहाड़ी देने वाले को कहा जाता है। तो वेजिज जोड़ा है वो साडा की हो गया, ये भी खर्चा हो गया। स्टॉक तो पहले भी मैं गल की है, स्टॉक का मतलब है वो माल जो साडे कोल हजे विकिया नहीं है, साडे कोल पिया होया माल है जो हौली हौली अगे जाके विकदा रहेगा, लेकिन अज जो साडे कोल अनविकिया माल जो पिया है वो साडी संपत्ति है, तो असीं उसनूं एसिड ट्रीट करांगे। और एक क्रेडिट संपत्ति है, ये भी करंट एसिड है क्योंकि इसकी वैल्यू भी रोजाना काम करने नाल बदलती है। अगे है साडे कोल बैड डेट्स। तो बैड डेट्स का मतलब है डुबे करजे। बैड डेट्स माने डुबे करजे। जो असीं डैटर्स की गल की सी कि साडी संपत्ति है, असीं लोकां तो पैसे लाने हैं, तो कई बार की हुंदा है कि वो जिहड़े पैसे है वो डुब जाते हैं। असीं जिन्हां तो पैसा लैना सीगा, जिन्हां नूं असीं उधार माल वेचिया सी, हुण वो साडे पैसे देण तो मुकर गए है या वो देण दी हालत विच नहीं है, तो असीं की करदे हां, फिर वो पैसे नूं खत्म कर दिंदे हां। असीं मन लैंदे हां कि वो बैड डेट्स हो गए, डुबे हुए करजे बन गए हैं, तो वो नहीं मिलणगे, तो असीं ये साडा एक तरह नाल लॉस हो गया है जो असीं पैसे लैणे सी। तो इसनूं असीं एक बारी एक्सपेंसिव की कैटागरी कर सकते हैं क्योंकि ये एक्सपेंसिव के नाल एक्चुअली साडा लॉस भी है क्योंकि साडा पैसा चला गया है। तो असीं उसनूं एक बार एक्सपेंसिव वाली कैटागरी रख लैंदे हां क्योंकि एक्सपेंसिव एंड लॉस इक्को आपां कैटेगरी रखते हैं नॉमिनल अकाउंट के विच, तो बैड डेट्स जिहड़े ने उत्थे ही आउणगे। नैक्सट साडे कोल है बैंक बैलेंस। अगर बैंक बैलेंस साडे कोल पॉजिटिव है, जिन्होंने आपां कहने कि ये बैलेंस मान लैंदे हां कि पॉजिटिव है, साडे पैसे बैंक विच पए हन, तो ये साडी संपत्ति मन्निया जाएगा क्योंकि बैंक बैलेंस का मतलब यही है कि बैंक च पैसे हैं। जेकर ये बैंक दे विच पैसे ना होंदे, यानी कि असीं बैंक तो कर्जा लिया होंदा, तो बैंक लोन या इसनूं ओवरड्राफ्ट या लिमिट का शब्द वरतदे हैं कि असीं बैंक तो लिमिट लई है या बैंक तो ओवरड्राफ्ट लिया है, तो साडा कर्जा चढ़ जाएगा। लेकिन बैंक बैलेंस का मतलब यही है कि बैंक विच मेरे पैसे पए हैं, तो मेरे को उत्थे अगर पैसे पए हैं तो मेरे पैसे बैंक में हैं, तो की बन गया, फिर मेरी संपत्ति बन गया। ये भी किहड़ी संपत्ति हैं, ये भी करंट एसिड्स हैं क्योंकि ये बैंक बैलेंस भी काम करने नाल बदलदा रहिंदा है। असीं जिहड़े पिछले बहुत सारे ट्रांजैक्शन कीतियां हैं वख-वख बिजनेस दीआं, असीं देखिया है हर बिजनेस च चैक आंदा है, चैक जांदा है, बैंक ब्याज दिंदा है, खर्चे पैंदे हैं, तो बैंक का बैलेंस रोजाना काम करने नाल बदलदा रहिंदा है। तो इस करके इसनूं असीं करंट एसिड्स कहने हैगे आ। तो ये भी कैश का ही एक तरह हिस्सा है जो असीं बैंक दे विच पैसे जिहड़े आ वो जमा कराए हुए हैं। तो नैक्सट साडे कोल है इलैक्ट्रिसिटी बिल। तो बिजली का बिल आया है, जो असीं बिजली वरती है, तो ये असीं बिजली वरत चुके हाँ ऑलरेडी, इस करके इसनूं असीं खर्चे के रूप में जिहड़ा है वो शो करना है। नैक्सट साडे कोल है डिविडेंड रसीद। डिविडेंड की हुंदा है? डिविडेंड का मतलब है कि अगर असीं अपना पैसा किते जो है इन्वेस्ट किया होया, इन्वेस्ट मतलब असीं किसी निवेश किया दूजे बिजनेस के विच, किसी होर थां दे उपर पैसा लगाया होया है, जिवें असीं शेयर मार्केट च लगाया है या किसी होर कंपनी च लगाया है या असीं किसी बिजनेस दे विच पैसा अपना लगाया होया है, जित्थों सानूं उस प्रॉफिट का हिस्सा मिलता है, उस बिजनेस का कोई प्रॉफिट होया उहदा सानूं हिस्सा मिलिया है क्योंकि असीं पैसा उस बिजनेस च लगाया होया है, तो उस जिहड़ा लाभ का हिस्सा मिलिया है उसनूं असीं कहने आ डिविडेंड। तो डिविडेंड शब्द को याद रखना है। डिविडेंड का मतलब है दूजे बिजनेस च लगाए गए पैसे करके जो उस बिजनेस च प्रॉफिट का हिस्सा सानूं मिलिया है वो साडा डिविडेंड है, क्योंकि एक तरह असीं उसदे भी मालक हाँ, जो सानूं असीं पैसा उत्थे लगाया होया है, तो उसदे विच प्रॉफिट विचों सानूं कुछ हिस्सा मिलेगा। असीं लोन नहीं दिता होया, अगर लोन दिता हुंदा दूजे बैंक किसी बिजनेस नूं तां ब्याज मिलना सी। ये डिविडेंड शब्द जिहड़ा है वो आम तौर पर जो प्रॉफिट का हिस्सा है उहदे लई वरतिया जांदा है। तो असीं दूजे बिजनेस च निवेश किया है और सानूं उत्थों जिहड़ा है प्रॉफिट विच हिस्सा मिलिਆ, तो इसनूं असीं कहने आ डिविडेंड रिसीव्ड। तो हुण तुहानूं पता लग गया होना कि ये साडी की होएगी, बिल्कुल इनकम होएगी क्योंकि डिविडेंड सानूं मिलिਆ है, थोड़ा एक तरीके नाल प्रॉफिट हिस्सा मिलिਆ है। नैक्सट है लैंड। लैंड यानी कि जमीन। हुण जमीन तुहानूं पता ही है कि की होएगी साडी, बिल्कुल खर्चा तो हो नहीं सकता, ये साडी की होएगी एसिड होएगी। तो जमीन एक अजिही चीज़ है जिहड़ी असीं लंबे समय लई वरतदे आ और ये उपर कोई घसावट भी नहीं होंदी है। जिवें आपां पहलां गल कीती सी एक सैशन दे विच कि जदों कोई एसिड वरतदे हां तां वो टाइम दे वरतन नाल हौली हौली घटदी है, टाइम नाल भी ते वरतन नाल भी। लेकिन लैंड एक अजिही चीज़ है जिहड़ी कि घसावट जिहदे उपर नहीं होंदी है। नैक्सट है एडवांसिस टू एम्पलाइज। असीं कुछ एडवांसिस जिहड़े ने वो एम्पलाइज नूं दित्ते होए है, तो असीं उसनूं जो एम्पलाइज है उन्हां नूं पैसे पहलां देते, एडवांस देते। हुण एडवांस इहदा मतलब है कि वो पैसे साडा उन्हां कोल चला गया है,
ਹੋ ਸਕਦਾ ਹੈ ਅਸੀਂ ਉਹ ਪੈਸੇ ਐਡਜਸਟ ਕਰੀਏ ਉਹਨਾਂ ਦੀ ਸੈਲਰੀ ਜਾਂ ਅਸੀਂ ਉਹਨਾਂ ਤੋਂ ਵਾਪਸ ਲਈਏ। ਤਾਂ ਪਰ ਫਿਲਹਾਲ ਅੱਜ ਦੀ ਰੇਟ ਵਿੱਚ ਉਹ ਸਾਡੇ ਵੱਧ ਪੈਸੇ ਉਹਨਾਂ ਵੱਲ ਗਏ ਹੋਏ ਹੈ, ਤਾਂ ਸਾਡਾ ਪੈਸਾ ਉਹਨਾਂ ਕੋਲ ਹੈ, ਤਾਂ ਉਹ ਅਸੀਂ ਸਾਡਾ ਪੈਸਾ ਹੈ ਉਹਨਾਂ ਕੋਲ, ਸਾਡਾ ਉਹੀ ਵਾਲਾ ਰੂਲ ਲੱਗਿਆ ਕਿ ਸਾਡਾ ਉਸ 'ਤੇ ਅਧਿਕਾਰ ਹੈ, ਸਾਡਾ ਪੈਸਾ ਹੈ, ਤਾਂ ਇਹ ਸਾਡੀ ਕੀ ਬਣ ਗਿਆ, ਸੰਪत्ति ਬਣ ਗਿਆ। ਜਦ ਤੱਕ ਅਸੀਂ ਉਹਨਾਂ ਤੋਂ ਇੱਕ ਕੰਮ ਨਹੀਂ ਕਰਾ ਲੈਂਦੇ ਉਸ ਤੋਂ ਜਾਂ ਜਿਹੜਾ ਅਸੀਂ ਉਹਨੂੰ ਵਰਤ ਨਹੀਂ ਲੈਂਦੇ, ਉਦੋਂ ਤੱਕ ਉਹ ਖਰਚਾ ਨਹੀਂ ਬਣੇਗਾ। ਐਡਵਾਂਸ ਦਿੱਤਾ ਮਤਲਬ ਹੈ ਖਰਚਾ ਨਹੀਂ ਹੋਇਆ, ਉਹ ਪੈਸੇ ਵੱਧ ਲੈ ਕੇ ਗਏ ਸਾਡੇ ਤੋਂ ਵੱਧ ਪੈਸੇ ਸਾਡੇ ਪੈਸੇ ਨੇ, ਸਾਡਾ ਉਹਨਾਂ ਤੇ ਹੱਕ ਹੈ, ਤਾਂ ਉਹ ਸਾਡੇ ਸੰਪत्तियां ਗਿਣੀਆਂ ਜਾਣਗੀਆਂ। ਨੈਕਸਟ ਹੈ ਕੈਰੇਜ ਇਨਵਰਡ ਤੇ ਕੈਰੇਜ ਆਊਟਵਰਡ। ਇਹ ਮੈਂ ਇਕੱਠੇ ਸਮਝਾ ਦਿੰਦਾ। ਕੈਰੇਜ ਇਨਵਰਡ ਦਾ ਮਤਲਬ ਹੈ, ਇਹ ਵੀ ਉਹੀ ਹੈ ਕਿ ਇਨਵਰਡ ਦਾ ਮਤਲਬ ਜਦੋਂ ਕੋਈ ਚੀਜ਼ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਇਨਵਰਡ ਯੂਜ਼ ਕਰਦੇ ਹਾਂ, ਕੋਈ ਚੀਜ਼ ਸਾਡੇ ਕੋਲੋਂ ਜਾਂਦੀ ਹੈ ਤਾਂ ਅਸੀਂ ਆਊਟਵਰਡ ਯੂਜ਼ ਕਰਦੇ ਹਾਂ। ਤਾਂ ਕੈਰੀ ਦਾ ਮਤਲਬ ਹੀ ਭਾੜਾ ਹੀ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਕਿਰਾਇਆ ਦਿੱਤਾ ਹੈ, ਕੋਈ ਸਾਡੇ ਕੋਲ ਸਮਾਨ ਆਇਆ ਹੈ, ਉਹਦਾ ਕਿਰਾਇਆ, ਉਹਨੂੰ ਅਸੀਂ ਬੋਲਦੇ ਹਾਂ ਕੈਰੇਜ ਇਨਵਰਡ। ਅਗਰ ਮਾਲ ਸਾਡੇ ਕੋਲੋਂ ਗਿਆ ਹੈ ਤਾਂ ਉਹਦਾ ਕਿਰਾਇਆ ਉਹ ਹੈ ਕੈਰੇਜ ਆਊਟਵਰਡ। ਕਈ ਵਾਰੀ ਅਸੀਂ ਡਿਲੀਵਰੀ ਪਹੁੰਚਾਉਂਦੇ ਹਾਂ ਕਸਟਮਰ ਤੱਕ ਕਿ ਤੁਹਾਡੇ ਘਰ ਤੱਕ ਅਸੀਂ ਮਾਲ ਪਹੁੰਚਾਵਾਂਗੇ, ਤਾਂ ਉਦੋਂ ਵੀ ਸਾਨੂੰ ਕਿਰਾਇਆ ਦੇਣਾ ਪੈਂਦਾ ਹੈ, ਤਾਂ ਉਹ ਕੈਰੇਜ ਆਊਟਵਰਡ ਹੋ ਗਿਆ। ਜਦੋਂ ਮਾਲ ਅਸੀਂ ਖਰੀਦਿਆ ਹੈ, ਅਸੀਂ ਖਰੀਦਣ ਦਾ ਕਿਰਾਇਆ ਆਪ ਦਿੱਤਾ ਹੈ ਜੇਕਰ, ਤਾਂ ਉਹ ਕੈਰੇਜ ਇਨਵਰਡ ਹੋ ਗਿਆ। ਤਾਂ ਇਹ ਦੋਵੇਂ ਹੀ ਜਿਹੜੇ ਨੇ ਉਹ ਮਾਲ ਖਰੀਦਣ ਜਾਂ ਮਾਲ ਵੇਚਣ ਦੇ ਖਰਚੇ ਹਨ ਜੋ ਅਸੀਂ ਕਰਦੇ ਹਾਂ, ਤਾਂ ਇਹ ਸਾਡੇ ਖਰਚਿਆਂ ਦੇ ਵਿੱਚ ਆਉਣਗੇ, ਦੋਨੋਂ ਹੀ ਸਾਡੇ ਖਰਚੇ ਮੰਨੇ ਜਾਣਗੇ, ਕੈਰੇਜ ਇਨਵਰਡ ਵੀ ਔਰ ਕੈਰੇਜ ਆਊਟਵਰਡ ਵੀ। ਨੈਕਸਟ ਸਾਡੇ ਕੋਲ ਹੈ ਕੰਪਿਊਟਰ। ਤਾਂ ਕੰਪਿਊਟਰ ਜੋ ਸੈੱਟ ਹੈ ਉਹ ਸਾਡੀ ਸੰਪत्ति ਹੈ, ਕਿਉਂਕਿ ਕੰਪਿਊਟਰ ਦੀ ਲਾਈਫ ਜਿਹੜੀ ਹੈ 12 ਮਹੀਨੇ ਤੋਂ ਜ਼ਿਆਦਾ ਹੈ। ਅਸੀਂ ਉਸਨੂੰ ਕਈ ਸਮੇਂ ਅਕਾਊਂਟਿੰਗ ਪੀਰੀਅਡ ਦੇ ਵਿੱਚ ਵਰਤਣਾ ਹੈ, ਲੰਬੇ ਸਮੇਂ ਲਈ ਵਰਤਣਾ ਹੈ, ਔਰ ਬਿਜ਼ਨਸ ਵਾਸਤੇ ਅਗਰ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਅਸੀਂ ਉਹਨੂੰ ਸੰਪत्ति ਜਿਹੜਾ ਹੈ ਉਹ ਗਿਣਾਂਗੇ। ਨੈਕਸਟ ਸਾਡੇ ਕੋਲ ਹੈ ਗੁੱਡਵਿਲ। ਇਹਦੇ ਬਾਰੇ ਵੀ ਆਪਾਂ ਥੋੜਾ ਜਿਹਾ ਡਿਸਕਸ਼ਨ ਕੀਤੀ ਸੀ ਇੱਕ ਸੈਸ਼ਨ ਦੇ ਵਿੱਚ ਕਿ ਗੁੱਡਵਿਲ ਕੀ ਹੁੰਦੀ ਹੈ। ਗੁੱਡਵਿਲ ਦਾ ਮਤਲਬ ਹੁੰਦਾ ਹੈ ਕਿ ਸਾਡੀ ਰੈਪੂਟੇਸ਼ਨ, ਸਾਡਾ ਨਾਮ ਚੱਲਣਾ। ਅਸੀਂ ਆਪਣਾ ਜਦੋਂ ਕੰਮ ਕਰਦੇ ਹਾਂ, ਕੋਈ ਵੀ ਬਿਜ਼ਨਸ ਚਲਾਉਂਦੇ ਹਾਂ, ਤਾਂ ਸਾਡੀ ਇੱਕ ਪਹਿਚਾਣ ਬਣ ਜਾਂਦੀ ਹੈ, ਲੋਕ ਉਸ ਪਹਿਚਾਣ ਕਰਕੇ ਆਉਂਦੇ ਹੈ। ਤੁਸੀਂ ਵੀ ਦੇਖਿਆ ਹੋਏਗਾ ਕਿ ਤੁਸੀਂ ਮਾਰਕੀਟ 'ਚ ਬਹੁਤ ਸਾਰੀਆਂ ਸ਼ਾਪ 'ਤੇ ਫਿਕਸ ਜਾਂਦੇ ਹੋ ਕਿ ਅਸੀਂ ਉੱਥੇ ਹੀ ਜਾਣਾ ਹੈ, ਕਿਉਂਕਿ ਤੁਹਾਨੂੰ ਉਹਨਾਂ ਦੇ ਇੱਕ ਤਰ੍ਹਾਂ ਨਾਲ ਦਿਮਾਗ ਵਿੱਚ ਉਹਨਾਂ ਦੀ ਪਹਿਚਾਣ ਬਣ ਗਈ ਹੈ। ਤਾਂ ਇਸ ਕਰਕੇ ਉਹ ਜਿਹੜੀ ਪਹਿਚਾਣ ਦੀ ਵੈਲਿਊ ਹੈ ਉਸ ਨੂੰ ਅਸੀਂ ਬੋਲਦੇ ਹਾਂ ਗੁੱਡਵਿਲ। ਹਾਲਾਂਕਿ ਇਹਦੀ ਇੱਕ ਵੈਲਿਊਏਸ਼ਨ ਜਿਹੜੀ ਹੈ ਸਾਹਮਣੇ ਨਹੀਂ ਹੋ ਸਕਦੀ। ਇਸ ਬਾਰੇ ਕਾਫੀ ਜਿਹੜਾ ਅਕਾਊਂਟਿੰਗ ਰੂਲਸ ਹੈਗੇ ਨੇ, ਉਹ ਅਸੀਂ ਅੱਗੇ ਜਾ ਕੇ ਜਦੋਂ ਇਹਦੀ ਪੜ੍ਹਾਂਗੇ ਐਡਵਾਂਸ ਲੈਵਲ ਜਾਂ +2 ਦੇ ਵਿੱਚ ਜ਼ਿਆਦਾ ਇਸਦੀ ਆਉਂਦੀ ਹੈ ਤਾਂ ਉਦੋਂ ਆਪਾਂ ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਲੇਕਿਨ ਫਿਲਹਾਲ ਜਦੋਂ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ ਨਾਮ ਬਣਿਆ ਹੈ, ਜੋ ਸਾਡਾ ਅੱਡੇ ਦੀ ਵੈਲਿਊ ਬਣੀ ਹੈ, ਜੋ ਸਾਡਾ ਜਿੱਥੇ ਅਸੀਂ ਬਿਜ਼ਨਸ ਕਰ ਰਹੇ ਹਾਂ ਉੱਥੇ ਸਾਡੀ ਰੈਪੂਟੇਸ਼ਨ ਜੋ ਬਣੀ ਹੈ, ਉਸ ਨੂੰ ਅਸੀਂ ਵਰਡ ਯੂਜ਼ ਕਰਦੇ ਹਾਂ ਗੁੱਡਵਿਲ। ਔਰ ਉਹ ਸਾਡਾ ਕਿਉਂਕਿ ਬਿਜ਼ਨਸ ਨੂੰ ਵਧਾਵਾ ਦਿੰਦੀ ਹੈ, ਲੋਕੀ ਸਾਡੀ ਪਹਿਚਾਣ ਕਰਕੇ, ਸਾਡੇ ਨਾਮ ਕਰਕੇ ਉੱਥੇ ਪਹੁੰਚਦੇ ਨੇ, ਤਾਂ ਇਹ ਸਾਡਾ ਬਿਜ਼ਨਸ ਦੀ ਇੱਕ ਸੰਪत्ति ਜਿਹੜੀ ਹੈ ਉਸ ਦੇ ਰੂਪ ਵਿੱਚ ਕੰਮ ਕਰਦੀ ਹੈ। ਤਾਂ ਲਾਸਟ ਸਾਡੇ ਕੋਲ ਹੈ ਇਹਦੇ ਵਿੱਚ ਡੈਪਰੀਸੀਏਸ਼ਨ। ਤਾਂ ਡੈਪਰੀਸੀਏਸ਼ਨ ਕੀ ਹੁੰਦੀ ਹੈ? ਡੈਪਰੀਸੀਏਸ਼ਨ ਦਾ ਮਤਲਬ ਹੈ ਘਸਾਵਟ ਜਾਂ ਹਰਾਸ, ਇਸ ਨੂੰ ਪੰਜਾਬੀ 'ਚ ਵਰਡ ਨੇ ਹਰਾਸ। ਤਾਂ ਘਸਾਵਟ ਜਾਂ ਹਰਾਸ ਦਾ ਮਤਲਬ ਹੈ ਕਿ ਜਦੋਂ ਅਸੀਂ ਕੋਈ ਫਿਕਸਡ ਐਸਿਡ, ਜਿਹੜੀ ਸੰਪत्ति ਅਸੀਂ ਬਿਜ਼ਨਸ ਲਈ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਫਰਨੀਚਰ ਹੈ ਜਾਂ ਮਸ਼ੀਨਰੀ ਹੈ ਜਾਂ ਬਿਲਡਿੰਗ ਹੈ, ਤਾਂ ਅਸੀਂ ਜਦੋਂ ਇਹਨਾਂ ਨੂੰ ਯੂਜ਼ ਕਰਦੇ ਹਾਂ ਬਿਜ਼ਨਸ ਵਾਸਤੇ, ਤਾਂ ਇਹ ਜਿਹੜੀਆਂ ਨੇ ਟਾਈਮ ਨਾਲ ਤੇ ਯੂਜ਼ ਨਾਲ ਇਹਨਾਂ ਦੀ ਵੈਲਿਊ ਦੇ ਵਿੱਚ ਕੋਈ ਨਾ ਕੋਈ ਕਮੀ ਜਿਹੜੀ ਹੈ ਉਹ ਆਉਂਦੀ ਹੈ। ਤਾਂ ਜਦੋਂ ਇਹਨਾਂ ਵਿੱਚ ਟਾਈਮ ਨਾਲ ਤੇ ਯੂਜ਼ ਨਾਲ ਵੈਲਿਊ ਜਿਹੜੀ ਹੈ ਵੈਲਿਊ 'ਚ ਕਮੀ ਆਉਂਦੀ ਹੈ, ਉਸ ਨੂੰ ਅਸੀਂ ਬੋਲਦੇ ਹਾਂ ਡੈਪਰੀਸੀਏਸ਼ਨ। ਕਿਉਂਕਿ ਅਸੀਂ ਇੱਕ ਕੰਸੈਪਟ ਜਿਹੜਾ ਪੜ੍ਹਿਆ ਸੀਗਾ ਕਿ ਅਸੀਂ ਕਾਸਟ ਕੰਸੈਪਟ ਦੇ ਅਕੋਰਡਿੰਗਲੀ ਸਿਰਫ ਅਸੀਂ ਜੋ ਸਾਡੀਆਂ ਸੰਪत्तियां ਨੇ ਉਹਨਾਂ ਨੂੰ ਉਹਨਾਂ ਦੀ ਲਾਗਤ ਤੇ ਹੀ ਕਿਤਾਬਾਂ 'ਚ ਦਿਖਾਉਂਦੇ ਹਾਂ। ਅਸੀਂ ਗੋਇੰਗ ਕੰਸਰਨ ਇੱਕ ਕੰਸੈਪਟ ਪੜ੍ਹਿਆ ਸੀ ਜਿਸ 'ਤੇ ਅਸੀਂ ਕਿਹਾ ਸੀ ਕਿ ਅਸੀਂ ਸੰਪत्तियां ਦੀ ਜਿਹੜੀ ਮਾਰਕੀਟ ਵੈਲਿਊ ਹੈ ਉਸ ਨੂੰ ਇਗਨੋਰ ਕਰਦੇ ਹਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਬਿਜ਼ਨਸ ਲੰਬਾ ਚੱਲਣਾ ਹੈ ਔਰ ਇਹ ਸੰਪत्तियां ਵਰਤਣ ਲਈ ਖਰੀਦੀਆਂ ਹਨ, ਨਾ ਕਿ ਵੇਚਣ ਲਈ। ਤੇ ਜਦੋਂ ਅਸੀਂ ਇਹਨਾਂ ਨੂੰ ਵੇਚਣਾ ਹੀ ਨਹੀਂ ਹੈ ਤੇ ਇਸ ਕਰਕੇ ਇਹਨਾਂ ਦੀ ਮਾਰਕੀਟ ਵੈਲਿਊ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਹੈ। ਔਰ ਕਾਸਟ ਕੰਸੈਪਟ ਕਹਿੰਦਾ ਸੀ ਕਿ ਇਸ ਕਰਕੇ ਅਸੀਂ ਇਹਨਾਂ ਨੂੰ ਕਾਸਟ ਜਿੰਨੇ ਦੀ ਸਾਨੂੰ ਚੀਜ਼ ਪਈ ਹੈ ਉਹਦੇ ਤੇ ਹੀ ਅਸੀਂ ਵੈਲਿਊ ਕਰਨਾ ਹੈ। ਤਾਂ ਅਸੀਂ ਜਦੋਂ ਇਹਨਾਂ ਨੂੰ ਕਾਸਟ ਤੇ ਵੈਲਿਊ ਕਰਦੇ ਹਾਂ ਔਰ ਮਾਰਕੀਟ ਵੈਲਿਊ ਨੂੰ ਛੱਡ ਦਿੰਦੇ ਹਾਂ, ਤਾਂ ਸਾਨੂੰ ਇੱਥੇ ਦੂਜਾ ਜਿਹੜੀ ਵੈਲਿਊ ਕੱਢਣ ਵਾਸਤੇ ਸਹੀ ਇਸ ਘਸਾਵਟ ਦੀ ਲੋੜ ਪੈਂਦੀ ਹੈ ਕਿ ਅਗਰ ਅਸੀਂ ਲਾਗਤ ਤੇ ਵੀ ਚੱਲੀਏ ਤਾਂ ਲੇਕਿਨ ਇਸ ਦੀ ਲਾਗਤ ਵਿੱਚੋਂ ਕੁਝ ਹਿੱਸਾ ਸਾਡਾ ਖਤਮ ਹੋ ਗਿਆ, ਠੀਕ ਹੈ, ਤਾਂ ਵਰਤਨ ਨਾਲ ਜਾਂ ਉਸਦੀ ਜਿਹੜੀ ਹੈ ਯੂਜ਼ ਨਾਲ। ਜਿਵੇਂ ਅਸੀਂ ਐਗਜ਼ਾਮਪਲ ਲਈ ਸੀ ਕਿ ਅਗਰ ਕੋਈ ਚੀਜ਼ 50,000 ਰੁਪਏ ਦੀ ਹੈ ਔਰ ਅਸੀਂ ਉਹ 10 ਸਾਲਾਂ ਦੇ ਵਿੱਚ ਉਹਨੂੰ ਵਰਤ ਲੈਂਦੇ ਹਾਂ,
तो ਇਹਦਾ मतलब 5000 रुपया हर साल उसकी वैल्यू साढ़े कोलों घट जाएगी। तो ਇਹਦਾ मतलब ये 5000 ਨੂੰ ਅਸੀਂ ਕਵਾਂਗੇ ਡੈਪਰੀਸੀਏਸ਼ਨ। ਤਾਂ ਇੱਕ ਵਾਰੀ ਜਿਹੜੀ ਹੈ ਇੱਕ ਘਸਾਵਟ ਹੋ ਗਈ ਹੈ, ਸਾਡੀ ਸੰਪत्ति ਵਿੱਚੋਂ ਚਲਾ ਗਿਆ ਹੈ, ਤਾਂ ਇਹ ਸਾਡਾ ਕੀ ਬਣ ਗਿਆ, ਖਰਚਾ ਬਣ ਗਿਆ ਹੈ, ਇਹ ਸਾਡੀ ਕੈਸਿਡ ਵਿੱਚੋਂ ਚਲਾ ਗਿਆ ਹੈ, ਤਾਂ ਇਸ ਨੂੰ ਅਸੀਂ ਬੋਲਦੇ ਹਾਂ ਡੈਪਰੀਸੀਏਸ਼ਨ। ਔਰ ਅਸੀਂ ਇਹ ਵੀ ਕਿਹਾ ਸੀ ਕਿ ਇਹ ਨਾਨ ਕੈਸ਼ ਖਰਚਾ ਹੈ, ਯਾਨੀ ਕਿ ਇਹਦੇ ਲਈ ਸਾਨੂੰ ਪੈਸੇ ਦੇਣੇ ਨਹੀਂ ਪੈਂਦੇ। ਪੈਸੇ ਤਾਂ ਅਸੀਂ ਉਦੋਂ ਦਿੰਦੇ ਹਾਂ ਜਦੋਂ ਅਸੀਂ ਸੰਪत्ति ਖਰੀਦਦੇ ਹਾਂ, लेकिन उस तो बाद एक घसदा घसदा जिहड़ा है साडी संपत्ति नूं जीरो कर दिंदा है। इस करके ये तो सिर्फ एक अकाउंटिंग एंट्री के रूप च पाया जाता है, इहदे लई सानूं कोई पैसा देना नहीं पैंदा है, लेकिन फिर भी ये साडा की है, खर्चा है। तो ये सी साडा जिहड़ा है ये शीट, जिस असीं पहचान की, क्लासीफिकेशन की कि जिहड़े अकाउंट ने एक की हन। तो मैनूं उम्मीद है कि तुहानूं काफ़ी जिहड़े तुसीं ठीक कीते होणगे, कुछ चीज़ां नवीआं होणगीआं जिहड़ियां इस समझ आईआं होणगीआं। इस ये करन दा इक्को एक मकसद सीगा कि थोड़ी जी सानूं पहचान हो जाए हुण तक असीं की पढ़िया है, और ये जिहड़े अकाउंट असीं यूज़ करन लगे हां, लैजर बुक जे वारी वारी अकाउंट सारे खुलदे हन, तां सानूं उन्हां नूं वेख के ही अंदाजा हो जावे कि ये की हन। तां अग्गे जाके इसदा जिहड़ा बैनीफिट है वो एनालाइज करन लगे सानूं जरूर मिलेगा। तां हुण असीं नैक्सट सैशन दे विच जिहड़े लैजर बनाए हन, असीं इन्हां नूं बैलेंस करना और इन्हां नूं अग्गे किवें यूज़ करना है, ਇਹਦੇ ਬਾਰੇ ਅਸੀਂ डिटेल डिस्कशन जी है वो कंटिन्यू करांगे। तो इस सैशन इन्ना ही, इसनूं प्रैक्टिस करते रहना है, और जिन्ने भी आप प्रैक्टिस शीट कीतियां ने उन्होंने सारे ने लैजर बना के रखने हैं, और तुसीं बाद विच उन्हां नूं आपां तुहानूं बैलेंस करना जिहड़ा वो सिखावांगा, तो तुसीं फिर उसनूं बैलेंस भी करना है। तो इस सैशन इन्ना ही, एक बार फिर तुहाडा सारिआं दा थैंक यू वेरी मच।